ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ ਕੇ ਭਾਗ 38ਵਾਂ। ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ। ਲੇਖਾ ਰੱਬ ਮੰਗੇਸੀਆਂ, ਤੂੰ ਆਹੋ ਕੇਰੇ ਕੰਮ। ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ। ਲੇਖਾ ਰੱਬ ਮੰਗੇਸੀਆਂ, ਤੂੰ ਆਇਓ ਕੇਰੇ ਕੰਮ। ਕੀ ਸਮਝਾਉਣਾ ਚਾਹੁੰਦੇ ਬਾਬਾ ਫਰੀਦ ਜੀ? ਬੁੱਧੀਮਾਨ ਨੂੰ ਸਮਝਾਉਂਦੀ ਹੈ, ਇਹ ਫਰੀਦ ਮਨਾ, ਦਿਨ ਫਿਰ ਤੁਰ ਕੇ ਕੱਢਤਾ ਆਪਾਂ, ਰਾਤ ਸੌਂ ਕੇ, ਫਿਰ ਅੱਗੇ ਆਪਾਂ ਕੀ ਜਵਾਬ ਦੇਵਾਂਗੇ? ਜਿਹੜਾ ਆਪਾਂ ਕੰਮ ਕਰਨ ਆਏ ਆ, ਉਧਰੋਂ ਸੁੱਤੇ ਪਏ ਆ, ਉਹ ਤਾਂ ਕੀਤੇ ਹੀ ਨਹੀਂ ਆਪਾਂ। ਤੂੰ ਆਹੋ ਕਿਹੜੇ ਕੰਮ। ਗੁਰਮਤ ਅਨੁਸਾਰ ਜੀਵ ਦਾ ਸੰਸਾਰ 'ਚ ਆਉਣਾ, ਚੇਤਨਾ ਦਾ ਨਾਮ ਦੀ ਪ੍ਰਾਪਤੀ। ਪਰ ਸੱਚ ਦੇ ਗਿਆਨ ਤੋਂ ਬਿਨਾਂ, ਗੁਰੂ ਸ਼ਬਦ ਦੀ ਵਿਚਾਰ ਤੋਂ ਬਿਨਾਂ, ਗੁਰੂ ਦੀ ਸਿੱਖੀ ਲੈ ਤੋਂ ਬਿਨਾਂ ਇਹ ਸਾਨੂੰ ਕਦੇ ਵੀ ਸਮਝ ਨਹੀਂ ਆ ਸਕਦਾ ਅਸੀਂ ਕੌਣ ਹੈ, ਕਿੱਧਰੋਂ ਆਏ ਹਾਂ। ਜਿੰਨੀਆਂ ਪਿੱਛੇ ਅਸੀਂ ਪ੍ਰਚਲਿਤ ਮੱਤਾਂ ਪੌੜੀ ਚੜ੍ਹ ਕੇ ਆਏ ਹਾਂ, ਸਾਰੀਆਂ ਮਾਨਵ ਸੋਚਾਂ ਨੇ। ਉਹ 'ਚੋਂ ਗਿਆਨ ਨਹੀਂ ਪੈਦਾ ਹੋਇਆ, ਹੰਕਾਰ ਜ਼ਰੂਰ ਪੈਦਾ ਹੋ ਗਿਆ ਧਰਮ 'ਚ ਆ ਕੇ ਵੀ। ਧਰਮ ਇੱਕ ਸੁੱਖ ਦਾ ਵਿਸ਼ਾ ਹੁੰਦਾ, ਧਰਮ ਵਿਚਾਰ ਦਾ ਵਿਸ਼ਾ ਹੁੰਦਾ ਹੈ, ਵਿਚਾਰਧਾਰਾ ਹੈ। ਜਦੋਂ ਅਸੀਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਸਾਡੀ ਜਿਹੜੀ ਸੋਚ ਹੈ ਬਦਲ ਜਾਂਦੀ ਹੈ, ਸਾਡੇ ਸੰਸਕਾਰ ਬਦਲ ਜਾਂਦੇ ਨੇ। ਜਦੋਂ ਅਸੀਂ ਪੜ੍ਹਦੇ ਹਾਂ, ਆਸਾ ਕੀ ਵਾਰ ਸਤਿਗੁਰਾਂ ਨੇ ਕੀ ਸਮਝਾਇਆ? ਜੇਤਾ ਪੜ੍ਹਿਆ ਤੇਤਾ ਕੜਿਆ, ਉਹਨਾਂ ਮਨ ਵਿਗੜ ਜਾਂਦਾ ਹੈ। ਇਹ ਮਨ ਭੂਤ ਬੋਤਲ 'ਚੋਂ ਬਾਹਰ ਨਿਕਲ ਗਿਆ ਭਾਈ। ਇਹ ਹੁਣ ਇਹ ਬੋਤਲ 'ਚ ਨਹੀਂ ਆਉਂਦਾ, ਹੁਣ ਬੁੱਧੀ ਇਹਦੇ ਪਿੱਛੇ ਲੱਗੀ ਹੈ। ਲੈ ਕੋ ਚੁੰਗੇ ਭੇਟ, ਭਗਤ ਕਬੀਰ ਜੀ ਸਮਝਾਉਂਦੇ ਨੇ, ਇਹ ਪ੍ਰਮਾਣ ਨੇ ਭਾਈ। ਸਾਰੇ ਸੰਸਾਰੀ ਜਿਹੜੇ ਮਾਇਆ ਦੇ ਨੇ, ਉਹ ਨਿਰਾਕਾਰ ਦੁਨੀਆ ਨੂੰ ਸਮਝਣ ਨੂੰ, ਜਿੱਥੋਂ ਆਤਮਾ ਟੁੱਟ ਕੇ ਆਈ, ਇਹਨੂੰ ਸਮਝਣਾ, ਆਪਾਂ ਸਮਝਣਾ ਹੀ ਜਪ ਹੈ। ਇਹ ਪਹਿਲੀ ਅਵਸਥਾ ਹੈ ਆਪਣੀ। ਜਪ ਤੋਂ ਭਾਵ ਸਮਝਣਾ। ਜਿਵੇਂ ਗ੍ਰੰਥ ਸਾਹਿਬ ਆ ਸ਼ੁਰੂ ਹੁੰਦਾ ਹੈ, ਜਪ ਜੀ ਸਾਹਿਬ। ਜਪ ਤੋਂ ਭਾਵ ਸਮਝ, ਜੀਵਾਤਮਾ ਸਾਹਿਬ ਨੂੰ, ਸ੍ਰਿਸ਼ਟੀ ਦਾ ਮਾਲਕ ਹੈ, ਜਿਹੜਾ ਆਤਮਾ ਦਾ ਮੂਲ ਹੈ, ਹਰ, ਉਹਨੂੰ ਸਮਝ। ਉਹੀ ਤਾਂ ਹਰ ਕਥਾ ਹੈ ਬਾਣੀ ਭਾਈ। ਸਭ ਤੋਂ ਉੱਤਮ ਹਰ ਕੀ ਕਥਾ ਹੈ, ਨਾਮ ਸੁਣਤ ਦਰਦ ਦੁੱਖ ਲੱਥਾ। ਪਰ ਸਾਨੂੰ ਇਹਦਾ ਗਿਆਨ ਨਹੀਂ ਹੈਗਾ। ਕਿਵੇਂ ਹੋਊ ਆਪਾਂ ਨੂੰ ਗਿਆਨ? ਕਰਮ ਸਾਡਾ ਕਿਵੇਂ ਨਾਸ ਹੋਊਗਾ? ਜੋ ਅਸੀਂ ਕਰਦੇ ਹਾਂ, ਮੰਨੀ ਬੈਠੇ ਹਾਂ, ਮਨ ਦਾ ਸੁਭਾਅ ਵਾ। ਕਰਮ ਨਾਸ ਕਿਵੇਂ ਹੋਵੇ ਸਾਡਾ? ਕਰਮ ਹੁੰਦਾ ਹੈ ਜਿਹੜਾ ਅਸੀਂ ਹੱਥਾਂ ਪੈਰਾਂ ਨਾਲ ਕੰਮ ਕਰਦੇ ਹਾਂ, ਉਹਨੂੰ ਮੰਨਦੇ ਹਾਂ ਵੀ ਮੈਂ ਕੀਤਾ, ਉਹਨੂੰ ਕਰਮ ਕਹਿੰਦੀ ਹੈ ਬਾਣੀ। ਇਹ ਕਿਸ ਅਵਸਥਾ 'ਚ ਜਾ ਕੇ ਨਾਸ ਹੁੰਦਾ ਹੈ? ਇਹ ਤੋਂ ਛੁਟਕਾਰਾ ਹੁੰਦਾ ਹੈ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈਂਦੇ ਹਾਂ, ਫਲ ਕਾਰਨ ਫੁੱਲ ਹੀ ਵਨਰਾਏ, ਫਲ ਲਾਗਾ ਤਾਂ ਫੂਲ ਬੁਲਾਏ। ਧਰਮ ਜਦੋਂ ਅਸੀਂ ਆਉਂਦੇ, ਉਹਨੂੰ ਫੁੱਲ ਕਹਿੰਦੀ ਹੈ ਬਾਣੀ। ਫੁੱਲ ਧਰਮ, ਫੁੱਲ ਫਲ ਗਿਆਨ। ਫਲ 'ਚ ਕੀ ਆ? ਪਹਿਲਾਂ ਆਪਾਂ ਨੂੰ ਗਿਆਨ। ਇਹ ਗਿਆਨੀਆਂ ਦਾ ਮਾਰਗ ਹੈ ਭਾਈ, ਇਹ ਸਿੱਖੀ ਦਾ ਘਰ ਹੈ। ਇਹ ਸਿੱਖਿਆ ਲੈਣੀ। ਆਪਾਂ ਰਹਿ ਰਸ ਵੀ ਰੋਜ਼ ਪੜ੍ਹਦੇ ਹਾਂ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਵੇ ਪਾਰ। ਮਾਇਆ ਸਾਡੀ ਪਾਰ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ, ਕਾਲ ਛੂਹ ਨਹੀਂ ਸਕਦਾ। ਪਰ ਅਸੀਂ ਗੁਰ ਕੇ ਪਾਣੀ ਚੱਲਣਾ, ਆਪਦਾ ਭਾਣਾ ਛੱਡਣਾ। ਆਪਦਾ ਭਾਣਾ ਕੀ ਹੈ? ਕਲਪਨਾ। ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਸਮਝ ਆਉਂਦੀ ਹੈ, ਫਲ ਲਾਗਾ ਤਾਂ ਫੂਲ ਬੁਲਾਏ। ਗਿਆਨੀ ਕਾਰਨ ਕਰਮ ਅਭਿਆਸ। ਜਦੋਂ ਗਿਆਨ ਹੁੰਦਾ ਹੈ, ਫਿਰ ਕਰਮ ਦੀ ਸਾਨੂੰ ਸਮਝ ਆਉਂਦੀ ਹੈ। ਗਿਆਨ ਪਿਆ ਤਾਂ ਕਰਮੇ ਨਾਸ, ਫਿਰ ਸਾਡਾ ਕਰਮ ਨਾਸ ਹੋ ਜਾਂਦਾ। ਉਸ ਅਵਸਥਾ 'ਚ ਜਾ ਕੇ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਣੇ ਮੂਲ ਹਰ 'ਚ ਲੈ ਹੋ ਜਾਂਦੇ, ਦੇਵਲੋਕ ਪਹੁੰਚ ਜਾਂਦੇ ਧਿਆਨ ਕਰਕੇ। ਫਿਰ ਸਾਡੀ ਭਗਤੀ ਜਿਹੜੀ ਹੈ ਨਾਮ ਦੀ ਸ਼ੁਰੂ ਹੁੰਦੀ ਹੈ। ਨਹੀਂ ਤਾਂ ਫਿਰ ਬਾਬਾ ਫਰੀਦ ਸਮਝਾ ਰਿਹਾ, ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ। ਲੇਖਾ ਰੱਬ ਮੰਗੇਸੀਆਂ, ਤੂੰ ਆਹੋ ਕਿਹੜੇ ਕੰਮ। ਲੇਖੇ ਬਾਰੇ ਵਿਚਾਰੀਏ। ਲੇਖਾ ਕੀ ਹੁੰਦਾ ਹੈ? ਜਿਹੜੇ ਪਿੱਛੇ ਪ੍ਰਚਲਿਤ ਮੱਤਾਂ ਦੇ ਵਿੱਚ ਭਰਮ ਪਾਇਆ ਹੋਇਆ ਵੀ ਉਹ ਬਹੀਆਂ ਲਈ ਬੈਠੇ ਆ, ਚਿੱਤਰਗੁਪਤ ਦੋ ਨੇ, ਨਹੀਂ ਪਾਈ। ਚਿੱਤ ਜਿਹੜਾ ਅੰਤਰਾਤਮਾ ਦੀ ਆਵਾਜ਼, ਸਤਿਗੁਰਾਂ ਨੂੰ ਬਾਣੀ ਵਿੱਚ ਚਿੱਤ ਕਿਹਾ ਵਾ, ਅੰਤਰਾਤਮਾ ਦੀ ਆਵਾਜ਼।
ਉਹ ਗੁਪਤ ਹੈ, ਪਰ ਸਾਡੀ ਪਕੜ ਤੋਂ ਪਰੇ ਹੈ। ਮਨ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ। ਪਰ ਖਿਆਲ ਬਹੁਤ ਪੈਦਾ ਹੋ ਗਏ, ਸਾਰੇ ਧਰਮਾਂ ਦਾ ਬੜਾ ਝੂਠ ਬੋਲਿਆ ਗਏ, ਬੜੇ ਬੜੇ ਗ੍ਰੰਥ ਲਿਖੇ ਗਏ। ਉੱਥੋਂ ਅਸੀਂ ਕਿਰਾਏ ਪੈ ਜਾਂਦੇ ਹਾਂ ਆ ਕੇ। ਜਦੋਂ ਅਸੀਂ ਗੁਰਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ, ਫਿਰ ਸਾਨੂੰ ਸਾਰੀ ਖੇਲ ਸਮਝ ਆ ਜਾਂਦੀ ਹੈ। ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਕਲ ਭਵਨ ਕੀ ਸੁੱਧ। ਫਿਰ ਸਾਨੂੰ ਸੋਝੀ ਆਉਂਦੀ ਹੈ। ਜਦੋਂ ਸੁਣਨ ਵਿਚਾਰ ਤੋਂ ਬਾਅਦ ਮਨ ਮੰਨ ਜਾਂਦਾ, ਦੂਜੀ ਅਵਸਥਾ 'ਚ ਅਸੀਂ ਪਹੁੰਚਦੇ ਹਾਂ। ਲੇਖਾ ਕੀ ਹੈ? ਆਇਆ ਸੁਣ ਪੜ੍ਹਨ ਕੋ ਬਾਣੀ। ਜੋ ਅਸੀਂ ਬੋਲਦੇ ਹਾਂ ਭਾਈ, ਇਹੀ ਲੇਖਾ ਵਾ। ਜੋ ਹੁਕਮ ਦਾ ਵਿਰੋਧ ਕਰਦੇ ਹਾਂ, ਇਹੀ ਲੇਖਾ, ਹੋਰ ਕੋਈ ਲੇਖਾ ਨਹੀਂ। ਬਾਣੀ ਤਾਂ ਮੰਨਦੀ ਹੈ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੇ ਜੇਬੂ ਚੇਤਾ ਹਉਮੈ ਕਹੇ ਨਾ ਕੋਈ। ਜਦ ਹਉਮੈ ਚਲੀ ਜਾਊ, ਸਾਡੀ ਇੱਛਾ ਚਲੀ ਜਾਊਗੀ, ਹੁਕਮ ਨੂੰ ਬੁੱਝ ਲਾਂਗੇ, ਕੋਈ ਪਾਪ ਪੁੰਨ ਨਹੀਂ, ਕੋਈ ਲੇਖਾ ਨਹੀਂ। ਇਹ ਹੁਣ ਅਸੀਂ ਆਪ ਹੀ ਹੁਕਮ ਦਾ ਵਿਰੋਧ ਕਰਦੇ ਹਾਂ। ਬਾਣੀ ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਮਝਾਉਂਦੀ ਹੈ। ਜਿਸ ਕਾ ਦਿੱਤਾ ਖਾਵਣਾ ਤਿਸ ਕਹੀਏ ਸਾਵਾਸ। ਬਾਣੀ ਤਾਂ ਇਹ ਕਹਿੰਦੀ ਹੈ, ਪ੍ਰਤਪਾਲੇ ਜੀਅਨ ਬਹੁ ਭਾਤ। ਜਿਵੇਂ ਜੀ ਪੈਦਾ ਕੀਤੀ ਉਵੇਂ ਸੰਭਾਲ ਕਰ ਰਿਹਾ ਵਾ, ਉਹਦਾ ਹੀ ਅਸੀਂ ਵਿਰੋਧ ਕਰਦੇ ਹਾਂ। ਹੁਕਮ ਦਾ ਟਕਰਾਓ ਹੈ ਸਾਡੀ ਬੁੱਧੀ ਦਾ। ਬਦੀ ਸੁਵੱਜਕ ਨਾਨਕਾ ਸੱਚਾ ਵੇਖੇ ਸੋਏ। ਸਭ ਨੇ ਸਾਲਾਂ ਮਾਰੀਆਂ ਕਰਤਾ ਕਰੇ ਸੋਏ। ਬਦੀ ਤੋਂ ਭਾਵ ਬਦੀ ਉੱਠਦੀ ਹੈ ਸਾਰੀ ਸ੍ਰਿਸ਼ਟੀ ਤੇ। ਜਦੋਂ ਅਸੀਂ ਸੁੱਤੇ ਉੱਠਦੇ ਹਾਂ, ਸਾਡੀ ਸੁਰਤ ਬ੍ਰੇਨ 'ਚ ਆਉਂਦੀ ਹੈ, ਬਦੀ ਸ਼ੁਰੂ ਹੋ ਜਾਂਦੀ ਹੈ, ਵਿਰੋਧ ਸ਼ੁਰੂ ਹੋ ਜਾਂਦਾ। ਹੁਕਮ ਨਾਲ ਟਕਰਾਉਂਦੇ ਹਾਂ, ਉਹੀ ਪਾਪ ਹੈ ਭਾਈ, ਉਹੀ ਲੇਖਾ ਵਾ, ਇਹੀ ਖਤਮ ਕਰਨਾ ਵਾ। ਇਹ ਕਿਵੇਂ ਹੋ? ਗੁਰਸ਼ਬਦ ਦੀ ਵਿਚਾਰ ਨਾਲ। ਜਦੋਂ ਗਿਆਨ ਹੋ ਜਾਂਦਾ, ਮਨ ਟਿਕ ਜਾਂਦਾ। ਗਿਆਨ ਕਾ ਬੱਧਾ ਮਨ ਰਹੇ। ਉਹ ਪਹਿਲਾ ਪਦਾਰਥ ਆਪਣਾ ਗਿਆਨ, ਦੂਜਾ ਨਾਲ ਮੁਕਤੀ, ਲੇਖਾ ਖਤਮ। ਨਹੀਂ ਫਿਰ ਜੰਮਣ ਮਰਨ ਚਲੇ ਜਾਂਦੇ, ਹੋਰ ਕੋਈ ਲੇਖਾ ਨਹੀਂ ਹੈਗਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲਈ, ਆਪਾਂ ਨੂੰ ਹੋਰ ਸਖਾਲਾ ਹੋ ਜਾਵੇ। ਗੌੜੀ ਵੇ ਰਾਗਣ ਮਹੱਲਾ ਪਹਿਲਾ। ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਾ ਰਿਹਾ ਭਾਈ, ਰਾਤ ਸੌਂ ਕੇ ਕੱਢਤੀ, ਦਿਨ ਫਿਰ ਤੁਰ ਕੇ ਕੱਢਤਾ। ਹੋਈ ਬਾਬਾ ਫਰੀਦ ਜੀ ਨੇ ਸਮਝਾਇਆ। ਭਗਤ ਕਬੀਰ ਜੀ ਕੀ ਸਮਝਾ ਰਹੇ ਨੇ? 8 ਪਹਿਰ 64 ਕਰੀ ਨਿਰਖਤ ਤੋਹੇ ਜੀਓ। 8 ਪਹਿਰਾਂ ਨੂੰ 4 ਦਿਨ ਦੇ 4 ਰਾਤ ਦੇ 64 ਘੜੀਆਂ 'ਚ ਵੰਡਤਾ। ਇੱਥੇ ਦਿਨ ਰਾਤ 'ਚ ਵੰਡਤਾ। ਸਮਝਣਾ ਹੀ ਆਪਾਂ ਨੂੰ। ਸਾਰੇ ਭਗਤ ਗੁਰੂ ਸਾਹਿਬਾਨਾਂ ਦੀ ਇੱਕ ਹੀ ਗੱਲ ਹੈ, ਇੱਕ ਮਤ ਦੇ ਧਾਰਨੀ। ਆਪਾਂ ਵੀ ਇਹ ਮਤ ਦੇ ਧਾਰਨੀ ਬਾਣਾ। ਗੁਰ ਕੀ ਮਤ ਤੁਲੇ ਹੋਏ ਆਣੇ, ਭਗਤੀ ਬਿਨਾ ਵੇ ਡੁੱਬੇ ਸਾਣੇ। ਗੁਰ ਕੀ ਮਤ ਤਾਂ ਆਊਗੀ ਭਾਈ ਜੇ ਆਪਦੀ ਮਤ ਦਾ ਤਿਆਗ ਹੋਊਗਾ। ਸਾਡੀ ਦਾ ਆਪਦੀ ਮਤ ਦਾ ਤਿਆਗ ਹੋ, ਅਸੀਂ ਬਾਣੀ ਨੂੰ ਸੁਣਾਂਗੇ, ਵਿਚਾਰਾਂਗੇ। ਤੁਮਰੀ ਕਿਰਪਾ ਤੇ ਮੋਹ ਮਨ ਛੁੱਟੇ ਛੁੱਟ ਜਾਏ ਪਰਮਾਈ। ਫਿਰ ਭਰਮ ਦਾ ਜਾਲ ਆਪਣਾ ਇਹ ਕੱਟਿਆ ਜਾਣਾ। ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਰੀਰ ਨਾਲ ਜੁੜ ਕੇ ਮਾਇਆ ਨਾਲ ਐਂ ਜਾ ਰਿਹਾ। ਹੀਰੇ ਜੈਸਾ ਕਿਉਂ ਹੈ ਭਾਈ? ਇਹ 84 ਲੱਖ ਦਾ ਗੇੜਾ ਕੱਢ ਕੇ ਜੀਵਾਤਮਾ ਮਨੁੱਖਾ ਦੇਹ ਤੱਕ ਪਹੁੰਚੀ ਹੈ। ਪਤਾ ਨਹੀਂ ਕਿੰਨੇ ਕੁ ਸਾਲ ਲੱਗੇ, ਕੋਈ ਗਿਣਤੀ ਨਹੀਂ ਹੈਗੀ ਇਹਦੀ। ਉਹ ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸਰਣ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ ਜੀਓ। ਕੀ ਪਤਾ ਕਿੰਨਾ ਕੁ ਟਾਈਮ ਲੱਗ ਗਿਆ ਭਾਈ। ਉਹ ਆਪਣਾ ਵਿਸ਼ਾ ਹੀ ਨਹੀਂ। ਆਪਾਂ ਜਿਹੜਾ ਕੰਮ ਕਰਨਾ ਹੈ ਉਹੀ ਕਰਨਾ ਵਾ। ਨਾਮ ਦੀ ਪ੍ਰਾਪਤੀ ਖਾਤਰ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਬਾਬਾ ਫਰੀਦ ਨੇ ਸਮਝਾਇਆ, ਲੇਖਾ ਰੱਬ ਮੰਗੇਸੀਆਂ ਤੂੰ ਆਇਓ ਕਿਹੜੇ ਕੰਮ। ਕੀ ਕਰਨ ਆਏ ਸੀ ਇੱਥੇ ਭਾਈ? ਕਿਸ ਕਾਰਨ ਤੁਮ ਜਗ ਆਏ? ਕੀ ਕਰਨ ਆਏ ਸੀ ਇੱਥੇ? ਹੁਣ ਵੱਤੇ ਹਰ ਨਾਮ ਨਾ ਬੀਜਿਓ। ਅਨੇਕਾਂ ਉਪਦੇਸ਼ ਪਏ ਨੇ ਆਪਣੇ। ਫਿਰ ਇਹ ਆਪਣੀ ਆਤਮਾ ਜਾਗਦੀ ਹੈ। ਗੁਰ ਸ਼ਬਦ ਦੇ ਗਿਆਨ, ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਫਿਰ ਇਹਦਾ ਲੇਖਾ ਖਤਮ ਹੁੰਦਾ। ਫਿਰ ਇਹ ਜਸ ਕਰਦਾ ਕੁਦਰਤ ਦਾ। ਮਾਇਆ ਤੋਂ ਪਰੇ ਜਾ ਕੇ ਦੇਵਲੋਕ ਪਹੁੰਚਣਾ ਆਪਾਂ। ਨਹੀਂ ਤਾਂ ਆਪਣਾ ਜਨਮ ਐ ਜਾ ਰਿਹਾ, ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ। ਨਾਮ ਬਾਰੇ ਤਾਂ ਜਾਣਿਆ ਹੀ ਨਹੀਂ ਅਸੀਂ ਕੁਛ। ਨਾਮ ਨਾ ਜਾਣਿਆ ਰਾਮ ਕਾ ਮੂਹੜੇ ਫਿਰ ਪਾਛੇ ਪਛਤਾ। ਫਿਰ ਪਛਤਾਉਣਾ ਪਊਗਾ ਭਾਈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਮਝੀਏ ਬਾਣੀ ਹਰ ਕਥਾ ਹੈ ਸਭ ਤੇ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰ ਦੁੱਖ ਲੱਥਾ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਜਿਹੜੇ ਇਹਨੂੰ ਸੁਣਨ ਵਿਚਾਰਨਗੇ ਅਮਰ ਹੋ ਜਾਣਗੇ। ਦੁੱਖ ਤਾਂ ਬਹੁਤ ਦੂਰ ਦੀ ਗੱਲ ਰਹੇਗੀ। ਦੁੱਖ ਸਾਗਰ 'ਚ ਤਾਂ ਬੈਠੇ ਹੀ ਆਪਾਂ। ਇੱਥੋਂ ਆਪਣਾ ਛੁਟਕਾਰਾ ਹੋ ਜਾਣਾ। ਬਾਣੀ ਜਪਜੀ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ। ਦੁੱਖ ਪਰ ਹਰ ਸੁੱਖ ਘਰ ਲੈ ਜਾ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਜਾਂਦੀ। ਪਰ ਅਸੀਂ ਸੁੱਖ ਸਾਗਰ ਦੇ ਸੁੱਖ ਦੁੱਖ ਸਾਗਰ 'ਚ ਭਾਲੀ ਜਾਂਦੇ। ਉਹ ਭਾਈ ਇਹ ਮ੍ਰਿਤ ਲੋਕ ਛੱਡਣਾ ਪੈਣਾ ਆਪਾਂ ਨੂੰ। ਇਹ ਸਰੀਰ ਕਰਕੇ ਜਿਹੜੇ ਸੁੱਖ ਨੇ ਉਹ ਵੀ ਉਹਦੀ ਕਿਰਪਾ ਹੀ ਹੈ। ਇੱਕ ਪਲ ਟਾਈਮ ਨਹੀਂ ਹੈਗੇ। ਜਦ ਸਮਾਂ ਆ ਗਿਆ ਫਿਰ ਜਾਣਾ ਪੈਣਾ ਆਪਾਂ ਨੂੰ। ਰਹਾਓ ਅੰਤਾ ਤਨ ਧਰਣੀ ਧਰੇ। ਅੰਤ ਨਾ ਚਾਹਿਆ ਜਾਏ। ਅੰਤ ਕੋ ਚਾਹਨ ਜੋ ਗਏ ਸੇ ਆਏ ਅਨੰਤ ਗਵਾਏ। ਆਏ ਤਾਂ ਅਸੀਂ ਨਾਮ ਧਨ ਦੀ ਪ੍ਰਾਪਤੀ ਕਰਨ ਖਾਤਰ ਹੈ, ਉਹ ਵੀ ਗਵਾ ਕੇ ਚਲੇ ਜਾਵਾਂਗੇ। ਇਹ ਸੰਸਾਰੀ ਧਨ ਦੇ ਪਿੱਛੇ ਭੱਜਦੇ ਰਹੇ। ਇਹ ਤਾਂ ਢੇਰੀ ਪਾਈ ਕਿਸੇ ਨੇ ਨਹੀਂ ਇਕੱਠੀ ਕੀਤੀ। ਜੇ ਇੱਕ ਨੇ ਇਕੱਠੀ ਕੀਤੀ, ਦੋਵੇਂ ਬੱਚਿਆਂ ਨੇ ਆ ਕੇ ਖਰਾਬ ਕਰਤੀ, ਕਿਸੇ ਨੇ ਹੋਰ ਵੱਡੀ ਕਰਤੀ। ਇਹ ਤਾਂ ਸਦੀਆਂ ਤੋਂ ਹੀ ਚੱਲਦਾ ਵਾ।
ਕੌਣ ਅਸੀਂ ਕਿੱਧਰੋਂ ਆਏ ਸਾਨੂੰ ਕੁਝ ਨਹੀਂ ਪਤਾ ਹੈਗਾ। ਝੂਠ ਜਿੰਨਾ ਕੋ ਮਰਜ਼ੀ ਬੋਲੀ ਜਾਵੇ, ਝੂਠ ਦਾ ਕੀ, ਝੂਠ ਤਾਂ ਹੈ ਹੀ ਸੰਸਾਰ, ਕੂੜ ਰਾਜਾ ਕੂੜ ਪ੍ਰਜਾ। ਇਹ ਧਨ ਦੇ ਪਿੱਛੇ ਭੱਜਾਂਗੇ ਤਾਂ ਫਿਰ ਨਾਮ ਦੀ ਪ੍ਰਾਪਤੀ ਰਹਿ ਜੂ, ਫਿਰ ਜੰਮਣ ਮਰਨ ਨੂੰ ਜਾਣਾ ਪਊਗਾ, ਫਿਰ ਗਵਾ ਕੇ ਚਲੇ ਜਾਵਾਂਗੇ। ਆਪਣਾ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਆਪਣਾ ਇੱਥੇ ਕੁਛ ਨਹੀਂ ਹੈਗਾ ਭਾਈ। ਜਨਨ ਲੋਕ ਸੁਤਬੰਤਾ ਕੋਈ ਨਾ ਕਿਸ ਕੀ ਧਰਿਆ, ਸਿਸ ਰਿਜ਼ਕ ਸਵਾਹੇ ਠਾਕਰ ਕਾਹੇ ਮਨ ਪੋ ਕਰਿਆ। ਇਹ ਮਨਾ ਕਿਉਂ ਡਰਦਾ, ਸਾਰਿਆਂ ਨੂੰ ਠਾਕਰ ਰਿਜ਼ਕ ਦੇ ਰਿਹਾ। ਦਿਨ ਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਕਾ। ਆਜ਼ਾਦੀ ਜੁਗਾਂ ਤੋਂ ਭਾਵ ਸਮਾਂ ਸ਼ੁਰੂ ਹੋਇਆ, ਸ੍ਰਿਸ਼ਟੀ ਸਾਜੀ ਸਾਰਿਆਂ ਨੂੰ ਦੇ ਰਿਹਾ ਮਹਾਰਾਜ। ਸਾਰੇ ਉਹ ਕਿਹੜਾ ਪਾਠ ਕਰਦੇ ਆ ਭਾਈ। ਇਹ ਪ੍ਰਾਪਤੀ ਕਰਨੀ ਆਪਾਂ ਨਾਮ ਦੀ। ਆਪਣਾ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਆਪਣਾ ਇੱਥੇ ਹੈ ਹੀ ਕੀ, ਆਪਾਂ ਤਾਂ ਨਾਮ ਲੈਣ ਆਏ ਹਾਂ, ਉਹਦੀ ਪ੍ਰਾਪਤੀ ਕਰਨੀ ਹੈ। ਫਿਰ ਭਾਗਾਂ ਵਾਲੇ ਹਾਂ ਆਪਾਂ। ਇੱਥੋਂ ਤਾਂ ਆਪਾਂ ਤਿਲ ਜਿੰਨੀ ਵੀ ਚੀਜ਼ ਨਹੀਂ ਲਿਜਾ ਸਕਦੇ। ਫਿਰ ਵੀ ਆਪਾਂ ਦਾਨ ਪੁੰਨ 'ਚ ਫਸਦੇ ਹਾਂ। ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਏ। ਫਿਰ ਆਪਾਂ ਨੂੰ ਹਿਸਾਬ ਦੇਣਾ ਪਊ। ਉਹ ਬਾਬਾ ਫਰੀਦ ਜੀ ਨੇ ਸਮਝਾਇਆ, ਲੇਖਾ ਰੱਬ ਮਗੇਸੀਆਂ। ਉਹ ਭਾਈ ਜਿਵੇਂ ਸੰਸਾਰੀ ਭਾਵ ਵੀ ਆਪਾਂ ਲਈਏ, ਕੋਈ ਸ਼ਹਿਰ 'ਚ ਆਪਾਂ ਕੰਮ ਕਰਨ ਜਾਂਦੇ, ਜਿਹਦੇ ਖਾਤਰ ਜਾਈਏ ਉਹ ਕਰਕੇ ਨਾ ਆਈਏ ਤਾਂ ਆਪਾਂ ਨੂੰ ਕੌਣ ਸਿਆਣਾ ਕਹੂਗਾ। ਇਵੇਂ ਸੰਸਾਰ 'ਚ ਆਉਣ ਦਾ ਆਪਣਾ ਕੀ ਕਾਰਨ ਹੈ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਜਿੰਨੀਆਂ ਆਤਮਾ ਸਾਰੀਆਂ ਸ਼ਬਦ ਦਾ ਗੁਣ ਗਾਇਨ ਕਰਨ ਆਈਆਂ, ਸ਼ਬਦ ਨਾਲ ਜੁੜਨ ਆਈਆਂ ਨੇ, ਪਰ ਇੱਥੇ ਪੱਥਰ ਹੋ ਗਈਆਂ ਸਾਰੀਆਂ। ਸਾਡੀ ਬੁੱਧੀਆਂ ਕੀ ਹੋ ਗਈਆਂ, ਪੱਥਰ। ਸਤਿਗੁਰਾਂ ਨੇ ਸੁਖਮਨੀ ਸਾਹਿਬ ਸਮਝਾਇਆ, ਪਸ ਪ੍ਰੇਤ ਮੁਗਧ ਪਾਥਰ ਕੋ ਤਾਰੇ। ਇਹ ਜੀਵ ਕਿਉਂ ਡੋਲਦਾ ਤੂੰ, ਪਸ਼ੂ ਵਰਗੀ ਬੁੱਧੀ ਹੋਵੇ, ਪੱਥਰ ਵਰਗੀ ਸਿੱਧੀ ਗੱਲ ਨੂੰ ਉਲਟ ਸਮਝਣ ਵਾਲਾ, ਉਹਨੂੰ ਤਾਰ ਦਿੰਦੀ ਆ ਬਾਣੀ। ਭਾਈ ਜੇ ਸੋਣਾ ਵਿਚਾਰਾਂਗੇ ਫੇਰ ਹੀ ਪਾਰ ਨਿਕਲਾਂਗੇ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਜੇ ਗੁਰੂ ਦੀ ਸਿੱਖੀ ਲਵਾਂਗੇ ਫੇਰ ਹੀ ਪਾਰ ਨਿਕਲਾਂਗੇ, ਨਹੀਂ ਤਾਂ ਕਾਲ ਨੇ ਤਾਂ ਫਿਰ ਆਪਾਂ ਨੂੰ ਲਈ ਜਾਣਾ। ਉਹ ਤਾਂ ਆਪਣੇ ਕੋਲ, ਉਹ ਤਾਂ ਪੱਕੀ ਟਿਕਟ ਆ ਕਾਲ ਦੀ ਤਾਂ ਆਪਣੇ ਕੋਲ। ਇਹ ਆਪਾਂ ਕੈਂਸਲ ਕਰਾਉਣੀ ਹੈ, ਵੀਜ਼ਾ ਲਵਾਉਣਾ ਸੱਚਖੰਡ ਦਾ। ਉਹ ਗੁਰੂ ਤੋਂ ਬਿਨਾਂ ਕੌਣ ਲਵਾਊ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭ ਦਰਗੇ ਕਾ ਵਸੇਠ। ਦਰਗਾਹ ਦਾ ਵਕੀਲ ਹੈ ਭਾਈ, ਦਰਗਾਹ ਦੀ ਸੋਝੀ ਹੈ ਇਹ। ਪਰ ਜੇ ਆਪਾਂ ਮੰਨਾਂਗੇ ਤਾਂ ਹੀ ਆ ਨਾ, ਗੁਰ ਕੇ ਭਾਣੇ ਚੱਲਾਂਗੇ ਤਾਂ ਗੱਲ ਬਣਨੀ ਹੈ। ਅਸੀਂ ਤਾਂ ਆਪਣੇ ਭਾਣੇ ਚੱਲਦੇ ਹਾਂ। ਫਿਰ ਹੁਕਮ ਕੀ ਹੈ, ਮਨ ਭਾਵ ਦੇ ਰਾ ਭੀੜੇ ਅੱਗੇ ਜਾਵਣਾ। ਫਿਰ ਤਾਂ ਲੇਖਾ ਵਧਣੀ ਹੈ, ਜਾਣਾ ਪਊਗਾ ਭਾਈ। ਫਿਰ ਕੋਈ ਨਹੀਂ ਬਚਾ ਸਕਦਾ। ਮਰਨ ਲਿਖਾਈ ਮੰਡਲ ਮੇ ਆਈ, ਜੀਵਨ ਸਾਜੇ ਮਾਈ। ਬਾਣੀ ਨੇ ਜੀਵਨ ਸਾਜਣਾ, ਉਹ ਛੱਡਤੀ ਅਸੀਂ। ਅੰਮ੍ਰਿਤ ਲੋਕ ਹੈ, ਅੱਖੀਂ ਵੇਖ ਨਾ ਰੱਜੀਆਂ ਵੋ ਰੰਗ ਤਮਾਸ਼ੇ। ਇਹ ਨਹੀਂ ਰੱਜਦੀਆਂ ਭਾਈ, ਅੱਜ ਤੱਕ ਤਾਂ ਕੋਈ ਰੱਜਿਆ ਨਹੀਂ। ਜਾਣ ਨੂੰ ਵੀ ਕਿਸੇ ਦਾ ਜੀਅ ਨਹੀਂ ਕਰਦਾ, ਪਰ ਕਾਲ ਲੈ ਜਾਂਦਾ। ਆਪਣਾ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਈ ਸਾਰੀ। ਇਹ ਤਾਂ ਉਹਦੀ ਕਿਰਪਾ ਲੈਣੀ ਆਪਾਂ, ਫਿਰ ਨਿਬੇੜਾ ਹੋਣਾ। ਆਪਾਂ ਜਦ ਤੱਕ ਉਹਦੀ ਕਿਰਪਾ ਦੇ ਪਾਤਰ ਨਹੀਂ ਬਣਦੇ, ਪਰ ਆਪਾਂ ਤਾਂ ਆਪ ਹੀ ਕਿਰਪਾ ਕਰਨ ਲੱਗ ਗਏ। ਸਰੀਰ ਕਰਕੇ ਭੇਖ ਕਰਕੇ ਪੂਰਨ ਹੋਏ ਬੈਠੇ, ਆਤਮਾ ਤੋਂ ਕੋਰੇ ਹਾਂ, ਕਾਲ ਦੇ ਵਸ ਹੈ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਕਾਲ ਆਉਂਦਾ ਫਿਰ ਇੱਕ ਨਹੀਂ ਚੱਲਦੀ, ਫਿਰ ਕਾਹਦੇ ਸਿਆਣੇ ਹੋਏ ਭਾਈ। ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ। ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ। ਦੀ ਕਿਹਦੀ ਵਡਾਈ ਕਰੋਗੇ ਭਾਈ। ਹੁਕਮ ਤਾਂ ਤੁਹਾਨੂੰ ਸਮਝ ਨਹੀਂ ਆਇਆ। ਹੁਕਮ ਬੁੱਝਣਾ ਆਪਾਂ, ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਫਿਰ ਪ੍ਰਾਪਤੀ ਹੋਣੀ ਹੈ ਆਪਾਂ ਨੂੰ। ਇਹ ਆਪਾਂ ਪ੍ਰਾਪਤੀ ਕਰਨੀ ਹੈ ਭਾਈ। ਬਾਣੀ ਨੂੰ ਵਿਚਾਰਾਂਗੇ, ਗੁਰ ਸ਼ਬਦ ਦਾ ਗਿਆਨ ਹੋਊ, ਫਿਰ ਆਪਣਾ ਇਹ ਸਾਰਾ ਜਿਹੜਾ ਖੇਲ ਹੈ ਸਿਰੇ ਚੜ੍ਹਨਾ ਵਾ। ਫਿਰ ਆਪਾਂ ਕਾਲ ਤੋਂ ਮੁਕਤ ਹੋਣਾ। ਆਪਾਂ ਪਿੱਛੇ ਵੀ ਹਰ ਇੱਕ ਸਲੋਕ ਦੇ ਵਿੱਚ ਜਾਂ ਪੌੜੀ ਹੋਵੇ ਜਾਂ ਅਸ਼ਟਪਦੀ ਆਪਾਂ ਵਿਚਾਰਦੇ ਹੋਣੇ ਵੀ ਆਪਣਾ ਟਾਰਗੇਟ ਕੀ ਹੈ। ਆਪਣਾ ਟਾਰਗੇਟ ਹੈ ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੇ। ਸਾਧ ਜਨਾਂ ਦੀ ਬਾਣੀ ਹੈ, ਇਹਨੂੰ ਵਿਚਾਰਾਂਗੇ। ਪਹਿਲਾ ਗਿਆਨ, ਫਿਰ ਮੁਕਤੀ, ਫਿਰ ਨਾਮ, ਫਿਰ ਜਨਮ। ਚਾਰ ਲਾਵਾਂ ਨੇ, ਚਾਰ ਖਾਣੀਆਂ ਨੇ, ਚਾਰ ਬਾਣੀਆਂ ਨੇ, ਚਾਰ ਦਰਸ਼ਨ ਨੇ, ਚਾਰ ਮੁਕਤੀਆਂ ਨੇ। ਸਮਝਾਂਗੇ ਫੇਰ ਹੀ ਭਾਈ ਆਪਾਂ। ਇਹ ਚਾਰ ਕਲਾਸਾਂ ਨੇ। ਆਪਾਂ ਗੁਰੂ ਦੇ ਸਿੱਖੀ ਲੈ ਕੇ ਗੁਰੂ ਘਰ ਦੇ ਵਿੱਚ ਵੀ ਜਾਂ ਗੁਰੂ ਕੇ ਪਿਆਰੇ ਕਿਤੇ ਵੀ ਪ੍ਰਚਾਰ ਕਰਦੇ ਹਾਂ, ਇਹਦੀ ਕਮਾਈ ਕਰਨੀ ਆਪਾਂ। ਫਿਰ ਆਪਣਾ ਸੰਸਾਰ ਤੋਂ ਛੁਟਕਾਰਾ ਹੋਣਾ ਵਾ। ਉਹੀ ਤਾਂ ਬਾਬਾ ਫਰੀਦ ਜੀ ਸਮਝਾ ਰਹੇ ਨੇ। ਫਿਰ ਲੇਖਾ ਰੱਬ ਮਗੇਸੀਆਂ ਤੂੰ ਆਇਓ ਕਰੇ ਕੰਮ। ਫਿਰ ਆਪਾਂ ਤੋਂ ਜਵਾਬ ਮੰਗੇ ਜਾਓ। ਫਿਰ ਕੀ ਜਵਾਬ ਦੇਵਾਂਗੇ ਭਾਈ ਆਪਾਂ। ਆਓ ਸਾਰੇ ਮਿਲ ਕੇ ਸਰੀਰ 'ਚ ਰਹਿੰਦਿਆਂ ਸ਼ਬਦ ਮਰੇ ਫੁਨ ਜੀਵੇ। ਫਿਰ ਬਹੁਤ ਨਾ ਮਰਨਾ ਹੋਈ। ਮੁਕਤੀ ਪ੍ਰਾਪਤ ਕਰਕੇ ਆਪਾਂ ਸਰੀਰ 'ਚ ਰਹਿੰਦਿਆਂ ਦੇਵ ਲੋਕ ਪਹੁੰਚੀ। ਆਪਣੀ ਨਾਮ ਦੀ ਭਗਤੀ ਸ਼ੁਰੂ ਹੋਵੇ, ਕਾਲ ਤੋਂ ਛੁਟਕਾਰਾ ਹੋਵੇ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਉਹ ਗੁਰਸਿੱਖਾਂ ਵਰਗੇ ਆਪਾਂ ਵੀ ਹੋਈ, ਆਪਾਂ ਨੂੰ ਵੀ ਇਹ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।